ਅੰਮ੍ਰਿਤ ਵੇਲੇ ਨਿਤਨੇਮ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਤੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਧੰਨ ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਬਾਰੇ ਚੱਲ ਰਹੀ ਲੜੀਵਾਰ। ਕੱਲ ਦਾ ਪ੍ਰਸੰਗ ਆਪਾਂ ਸਰਵਣ ਕੀਤਾ ਸੀ ਕਿ ਰਾਜਾ ਭੀਮ ਚੰਦ ਉਹਦੀ ਮਨ ਦੀ ਕੁਟਲਤਾ ਕਿ ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਸ ਜੋ ਪੰਜ ਕਲਾ ਸ਼ਸਤਰ, ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ ਰਾਜਾ ਭੀਮ ਚੰਦ। ਤੇ ਗੁਰੂ ਜੀ ਸਾਹਿਬ ਕਮਾਲ ਜਾਣਦੇ ਹਨ ਕਿ ਇਹ ਮਨ 'ਚ ਖੋਟ ਹੈ ਇਹਦੇ ਰਾਜਾ ਭੀਮ ਚੰਦ ਦੀ। ਸੋ ਉਹ ਯੁੱਧ ਤੇ ਉਤਾਰੂ ਹੋ ਗਿਆ ਹੈ ਕਿ ਜੇ ਸਾਧ ਸਾਨੂੰ, ਕਿਉਂਕਿ ਇਸ ਤਰ੍ਹਾਂ ਉਹ ਮਨ ਦੀਆਂ ਕੁਟਲਤਾ ਤੇ ਬੋਲ ਰਿਹਾ ਹੈ ਕਿ ਸਾਧ ਕੋਲੇ ਇਹ ਚੀਜ਼ਾਂ ਕੀ ਸ਼ੋਭਾ ਦਿੰਦੀਆਂ ਹਨ, ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ ਅਤੇ ਚੰਦਨ ਦੀ ਚੌਕੀ, ਇਹ ਸਾਧ ਕੋਲੇ ਕੀ ਕੰਮ ਦੀਆਂ। ਅਤੇ ਗੁੱਸੇ 'ਚ ਕਹਿ ਰਿਹਾ ਹੈ ਕਿ ਆਪਾਂ ਯੁੱਧ ਲੜਾਂਗੇ, ਪਹਾੜੀਏ ਰਾਜੇ ਹੈ ਨਾ ਇਹ। ਫਿਰ ਇਹਨਾਂ ਨੇ ਵਿਚਾਰ ਕੀਤੀ ਪਹਾੜੀਏ ਰਾਜੇ ਦੀ। ਇਹ ਵੀ ਆਪਾਂ ਕੱਲ ਪ੍ਰਸੰਗ ਸਰਵਣ ਕੀਤਾ ਸੀ ਕਿ ਪਹਾੜੀਏ ਰਾਜਿਆਂ ਨਾਲ ਉਹਨਾਂ ਨੇ ਵਾਰਤਾਲਾਪ ਕੀਤੀ ਕਿ ਕਿਵੇਂ ਨਾ ਕਿਵੇਂ ਕਰਕੇ ਆਪਾਂ ਪ੍ਰਸਾਦੀ ਹਾਥੀ, ਚਿੱਟੇ ਰੰਗ ਦਾ ਹਾਥੀ ਜੋ ਹੁੰਦਾ ਹੈ ਉਹ ਆਪਾਂ ਪ੍ਰਾਪਤ ਕਰੀਏ। ਸੋ ਚਿੱਠੀ ਲਿਖਦੇ ਹਨ। ਬਹੁਤ ਵਾਰੀ ਸੇਵਾਦਾਰ ਭੇਜੇ ਰਾਜਾ ਭੀਮ ਚੰਦ ਨੇ, ਤੇ ਗੁਰੂ ਜੀ ਜਾਣਦੇ ਹਨ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਿਉਂਕਿ ਜਾਣ ਗਏ ਨੇ ਸਾਹਿਬ ਕਮਾਲ ਕੇ ਇਹਦੇ ਮਨ ਦੀ ਕੁਟਲਤਾ ਹੈ, ਇਹਦੀ ਖੋਟ ਨੀਤ ਹੈ। ਸੋ ਚਿੱਠੀ ਲਿਖੀ ਹੈ। ਅੱਜ ਦੀ ਵਿਚਾਰ ਕਰਾਂਗੇ ਕਿ ਮਾਤਾ ਜੀ ਨੇ, ਗੁਜਰ ਕੌਰ ਮਾਤਾ ਜੀ ਨੇ ਧੰਨ ਧੰਨ ਦਸਵੇਂ ਪਾਤਸ਼ਾਹ ਨੂੰ ਆਖਿਆ ਕਿ ਆਪਾਂ ਯੁੱਧ ਨਹੀਂ ਲੜਨਾ, ਆਪਾਂ ਯੁੱਧ ਨਹੀਂ ਲੜਨਾ। ਆਪ ਜੀ ਬੜੇ ਪ੍ਰੇਮ ਸਤਿਕਾਰ ਨਾਲ ਚਿੱਠੀ ਲਿਖੋ। ਅੱਜ ਦੀ ਆਪਾਂ ਇਹ ਵਿਚਾਰ ਕਰਾਂਗੇ। ਮਾਤਾ ਸਤਿਗੁਰੂ ਜੀ ਸਮਝ ਗਏ ਕਿ ਉਹਨਾਂ ਤੋਂ ਪਹਿਲਾਂ ਸੇਵਾਦਾਰਾਂ ਨੇ ਘਰ ਆ ਦੱਸਿਆ ਮਾਤਾ ਗੁਜਰ ਕੌਰ ਨੂੰ। ਉਹਨਾਂ ਨੇ ਸੂਰਜਮੁਖੀ ਫੁੱਲ ਦੇ ਸਮਾਨ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ, ਹਾਂ ਮਾਤਾ ਜੀ ਚਿੱਠੀ ਆਈ ਹੈ। ਉਹਨਾਂ ਨੇ ਚਿੱਠੀ ਲਿਖੀ ਰਾਜਾ ਭੀਮ ਚੰਦ ਹੋਰਾਂ ਨੇ, ਤੇ ਦਸਵੇਂ ਪਾਤਸ਼ਾਹ ਦੱਸ ਰਹੇ ਨੇ ਆਪਣੀ ਮਾਤਾ ਨੂੰ ਕਿ ਯੁੱਧ ਦੀ ਚਿੱਠੀ ਦੱਸ ਰਹੇ ਨੇ ਕਿ ਯੁੱਧ ਦਾ ਆਹਵਾਨ ਕੀਤਾ ਹੈ ਉਹਨਾਂ ਨੇ ਕਿ ਹਾਂ ਮਾਤਾ ਜੀ ਚਿੱਠੀ ਆਈ ਹੈ। ਉਹ ਭੁੱਲਣ ਰਾਜੇ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਨੂੰ ਡਰਾਉਂਦੇ ਹਨ। ਉਹ ਸਿੱਖ ਪ੍ਰੇਮੀਆਂ ਵੱਲੋਂ ਚੜਾਈਆਂ ਹੋਈਆਂ ਵਸਤੂਆਂ ਨੂੰ ਮੰਗਦੇ ਹਨ। ਉਹਨਾਂ ਨੇ ਲੜਾਈ ਦੀ ਧਮਕੀ ਦਿੱਤੀ ਹੈ। ਅਸੀਂ ਨਹੀਂ ਡਰਦੇ ਤੇ ਅੱਜ ਹੀ ਚਿੱਠੀ ਲਿਖਾਂਗੇ ਕਿ ਅਸੀਂ ਕਿਸੇ ਦੀ ਪਰਜਾ ਨਹੀਂ, ਸੁਤੰਤਰ ਹਾਂ, ਅਕਾਲ ਪੁਰਖ ਸਹਾਇਤਾ ਕਰ ਰਿਹਾ ਹੈ। ਮਾਤਾ ਜੀ ਰਾਜਸੀ ਮਾਮਲੇ ਐਸੇ ਹੋਇਆ ਹੀ ਕਰਦੇ ਹਨ। ਘਬਰਾਉਣ ਦੀ ਕੋਈ ਲੋੜ ਨਹੀਂ।
चिंता ना करो, अकाल पुरख ते भरोसा रखो। सब ओ सब ते सब दे करता हरता हन। उन्हां दे हुक्म तो बिना किसी दरखत दा पत्ता नहीं हिलदा। पंछियां दे पर नहीं खुलते। जिवें उसका भाना है तिवें ही होके रहना है। बस चिंता ना करो, असी जो लिखांगे ठीक लिखांगे। ये माता गुजर कौर नूं साहिब कमाल दस रहे ने, कह रहे ने, बेटा जी चिट्ठी प्रेम की लिखनी चाहिए है, गुस्से की नहीं। जगत विच हर एक नूं प्रेम नाल जितना चाहिए है, तलवार नाल नहीं। माता जी ने बचन किया। सतगुरु जी बोले, माता जी कुछ आखदे हो ठीक है, पर प्रेम नाल अंकारियां ते शैतान शक्तियां ते पुजारियां दा जितना अज कल औखा है। अज निरी भगती की लोड़ नहीं, सगों शक्ति की लोड़ है। हुण भगती की राखी वास्ते शक्ति मैदान विच आवेगी। काम क्रोध अहंकार ते लालच ने जगत जीवां नूं तंग कीता है। मुगल सरकार हिंदुआं नूं भेडां बकरियां समझती है। ये पहाड़ी राजे पत्थर पूज हन, इन्हां दी मत मारी हुई है। माया दे पुजारी बेगानियां चीज़ां देख के धर्म का त्याग कर देते हैं। नीति की परवाह नहीं करते। असी हालत विच कदी नहीं हो सकता, किसी हालत च ये कदे भी नहीं हो सकता कि इन्हां अगे झुकिया जाए। अकाल पुरख के हुक्म नाल असी तां ऐसी शक्ति पैदा करनी चाहते हाँ जिस नाल दुष्टां दा नाश किया जाए। अजे तां माता जी कई निराले मामले पैने हन। अज आप ही घबरा गए हो। चंगे माता जी, आप बेटे नूं सगों हौसला देवो कि वह मैदान जंग विच जाके दुष्टां दा नाश करे। जिन्हां लोकां ने इस जगत विच फतूर मचाया है, जुल्म मचाया है, उन्हां दा अंत करिए। माता जी नूं समझा के सतगुरु जी ने भीम चंद वल एक लंबी चिट्ठी लिखी। उस विच लिखा है, हे राजन, असी नहीं सा चाहते कि आंढ गुआंढ विगाड़ पाइए, पर तुसां दे लालची मन की माड़ी दशा ने होर ही हालत पैदा कर दिते हैं। असी किसी दुनियावी राजे की प्रजा नहीं, असां दा मालक अकाल पुरख है। उस स्थान माखोवाल मुल खरीदिया है, किसी पासों मंग के नहीं लिया। सतगुरु नानक देव जी की गुरगद्दी 77 है। कूड़ ते लालच वाले राजियां दी ईन मनन नूं तैयार नहीं। प्रसादी हाथी ते चंदन की चौकी नहीं दिती जाएगी। जेकर तुसानू तलवार उत्ते हंकार है तां तलवार की खेड खेड के वेख लवो। चंगा तां यह है कि मोह माया हंकार ते लालच का त्याग करो।
ਮਨੁੱਖ ਬਣੋ। ਆਖਿਰ ਇੱਕ ਦਿਨ ਹਿਸਾਬ ਹੋਣੇ ਹੈ। ਅਕਾਲ ਪੁਰਖ ਦੀ ਕਚਹਿਰੀ ਵਿੱਚ ਸਭ ਨੂੰ ਹਾਜ਼ਰ ਹੋਣਾ ਪੈਣਾ ਹੈ। ਸੱਚ ਧਰਮ ਤੇ ਚੰਗੀ ਨੀਤੀ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ। ਕਿ ਰਾਜਿਆਂ ਦਾ ਕੰਮ ਪਰਜਾ ਕੋਲੋਂ ਚੰਗੀਆਂ ਚੀਜ਼ਾਂ ਡਾਕੂਆਂ ਦਾ ਰੂਪ ਧਾਰ ਕੇ ਖੋਹਣੀਆਂ ਚਾਹੀਦੀਆਂ ਹਨ। ਜੇ ਵਾਰ ਖੇਤ ਨੂੰ ਖਾਣ ਲੱਗ ਪਵੇ ਤਾਂ ਰਾਖੀ ਕੌਣ ਕਰੇਗਾ? ਤੁਸਾਂ ਦੇ ਇਹ ਲੱਛਣ ਚੰਗੇ ਨਹੀਂ। ਇਸ ਵਾਸਤੇ ਅਸੀਂ ਤੁਸਾਂ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਲੜਾਈ ਪਾਸੋਂ ਅਸੀਂ ਕਦੀ ਨਹੀਂ ਡਰਦੇ। ਇਹ ਸਾਹਿਬ ਕਮਾਲ ਚਿੱਠੀ 'ਚ ਲਿਖ ਰਹੇ ਨੇ। ਐਸੀ ਪੱਤਰਕਾ ਲਿਖ ਕੇ ਸਤਿਗੁਰੂ ਜੀ ਨੇ ਇੱਕ ਸਿੱਖ ਦੇ ਹੱਥ ਰਾਜੇ ਭੀਮ ਚੰਦ ਵੱਲ ਭੇਜ ਦਿੱਤੀ। ਪੱਤਰਕਾ ਨੂੰ ਲਿਜਾਣ ਵਾਲਾ ਸਿੱਖ ਬਹੁਤ ਹਿੰਮਤੀ ਤੇ ਦਲੇਰ ਤੇ ਚੰਗੀ ਸੂਝ-ਬੂਝ ਵਾਲਾ ਸੀ। ਉਹ ਘੋੜੇ ਉੱਤੇ ਸਵਾਰ ਹੋ ਕੇ ਰਾਜੇ ਭੀਮ ਚੰਦ ਦੇ ਪਾਸ ਜਾ ਪੁੱਜਿਆ। ਸਤਿਗੁਰੂ ਜੀ ਦਾ ਹੁਕਮ ਸੀ ਕਿ ਪੱਤਰਕਾਰ ਰਾਜੇ ਭੀਮ ਚੰਦ ਤੋਂ ਬਿਨਾਂ ਕਿਸੇ ਨੂੰ ਨਾ ਮਿਲੇ। ਜਿਸ ਵੇਲੇ ਭੀਮ ਚੰਦ ਨੇ ਚਿੱਠੀ ਪੜ੍ਹੀ ਤਾਂ ਉਹਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਹ ਕ੍ਰੋਧ ਨਾਲ ਕੰਬਣ ਲੱਗ ਪਿਆ। ਅੱਜ ਹੀ ਚੜ੍ਹਾਈ ਕਰਾਂਗੇ। ਇਹ ਉਹਦੀ ਪਹਿਲੀ ਆਵਾਜ਼ ਸੀ। ਪਰ ਛੇਤੀ ਹੀ ਉਸਨੂੰ ਚੇਤੇ ਆਇਆ ਕਿ ਦੂਸਰੇ ਰਾਜਿਆਂ ਨਾਲ ਵੀ ਸਲਾਹ ਕੀਤੀ ਹੋਈ ਹੈ। ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕਦਮ ਚੁੱਕਣਾ ਠੀਕ ਨਹੀਂ। ਆਖਿਰ ਉਸਨੇ ਗੁੱਸੇ ਨੂੰ ਪੀਤਾ ਤੇ ਦੂਸਰੇ ਰਾਜਿਆਂ ਨੂੰ ਦੂਸਰੀ ਇਕੱਤਰਤਾ ਵਾਸਤੇ ਸਾਦਾ ਦਿੱਤਾ। ਉਹ ਰਾਜੇ ਇਕੱਤਰ ਹੋਏ। ਉਹਨਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਤਿਗੁਰੂ ਜੀ ਨੂੰ ਆਨੰਦਪੁਰ ਤੋਂ ਬਾਹਰ ਕੱਢ ਦਿੱਤਾ ਜਾਵੇ। ਪਰ ਇਸ ਛੇੜ ਨੂੰ ਰਾਜਕੁਮਾਰ ਅਜਮੇਰ ਚੰਦ ਦੀ ਕੁੜਮਾਈ ਪਿੱਛੋਂ ਛੇੜਿਆ ਜਾਵੇ। ਜੇ ਇਹ ਮਾਮਲਾ ਪਹਿਲਾਂ ਸ਼ੁਰੂ ਹੋਇਆ ਤਾਂ ਜ਼ਰੂਰੀ ਹੈ ਕਿ ਅਜਮੇਰ ਚੰਦ ਦੀ ਕੁੜਮਾਈ ਵਿੱਚ ਵਿਘਨ ਪਵੇ। ਸ਼ਾਇਦ ਲੜਾਈ ਕੱਚੀ ਲੱਸੀ ਵਾਂਗ ਵੱਧ ਜਾਵੇ। ਮੁੜ ਕੇ ਵੇਲਾ ਨਾ ਸੰਭਾਲਿਆ ਜਾਵੇ। ਰਾਜਾ ਭੀਮ ਚੰਦ ਦੀ ਰਾਣੀ ਤੇ ਕੇਸਰੀ ਸਿੰਘ ਵੀ ਇਹੋ ਚਾਹੁੰਦੇ ਸਨ। ਇਸ ਵਾਸਤੇ ਇਹਨਾਂ ਨੇ ਵੀ ਇਸ ਫੈਸਲੇ ਦੇ ਕਰਾਉਣ ਵਿੱਚ ਬਹੁਤ ਸਹਾਇਤਾ ਕੀਤੀ। ਇਉਂ ਜੰਗ ਦਾ ਪਹਿਲਾ ਹੁੱਲਾ ਰੁਕ ਗਿਆ। ਸਤਿਗੁਰੂ ਜੀ ਦਾ ਨਾਹਣ ਜਾਣਾ। ਪਹਾੜੀ ਰਿਆਸਤ ਨਾਹਣ ਹੈ। ਇਹ ਜਗਾਦਰੀ ਦੇ ਉੱਤਰ ਪੂਰਬ ਵੱਲ ਤੇ ਸਹਾਰਨਪੁਰ ਦੇ ਉੱਤਰ ਵਿੱਚ ਜਮਨਾ ਕਿਨਾਰੇ ਹੈ। ਹਿਮਾਲਿਆ ਪਰਬਤ ਦੇ ਚਰਨਾਂ ਵਿੱਚ ਸੁਹਾਵਣੀ ਪਹਾੜੀ ਥਾਂ ਹੈ। ਇੱਥੇ ਹਰਿਆਵਲ ਬੇਅੰਤ ਹੈ। ਮਿੱਠੇ ਪਾਣੀ ਦੇ ਝਰਨੇ ਅਤੇ ਫਲਾਂ ਵਾਲੇ ਦਰਖਤਾਂ ਦਾ ਅੰਤ ਨਹੀਂ। ਅੱਜ ਇਹ ਰਿਆਸਤ ਹਿਮਾਚਲ ਪ੍ਰਦੇਸ਼ ਦਾ ਇੱਕ ਹਿੱਸਾ ਹੈ। ਸਤਿਗੁਰੂ ਜੀ ਦੇ ਸਮੇਂ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਸੀ। ਇਹ ਬਹੁਤ ਧਰਮੀ ਆਦਮੀ ਸੀ। ਪ੍ਰਜਾ ਨਾਲ ਪਿਆਰ ਕਰਦਾ ਤੇ ਪ੍ਰਜਾ ਦੀ ਖੁਸ਼ਹਾਲੀ ਵੱਲ ਖਿਆਲ ਰੱਖਦਾ ਸੀ। ਉਹ ਸਦਾ ਨਿਰਵੈਰਤਾ ਦੇ ਪੁਜਾਰੀ ਸਨ। ਪਰ ਸਬਬ ਨਾਲ ਉਹਨਾਂ ਦਾ ਝਗੜਾ ਰਾਜਾ ਫਤਿਹ ਚੰਦ ਨਾਲ ਹੋ ਗਿਆ। ਫਤਿਹ ਚੰਦ ਸ਼੍ਰੀਨਗਰ ਰਿਆਸਤ ਦਾ ਰਾਜਾ ਸੀ। ਇਹ ਸ਼੍ਰੀਨਗਰ ਕੁੱਲੂ ਦੇ ਲਾਗੇ
ਰਿਆਸਤ ਸੀ। ਕਸ਼ਮੀਰ ਵਾਲਾ ਸ਼੍ਰੀਨਗਰ ਨਹੀਂ। ਇਹ ਫਤਿਹ ਚੰਦ ਰਾਜਾ ਭੀਮ ਚੰਦ ਦਾ ਕੁੜਮ ਬਣਨਾ ਚਾਹੁੰਦਾ ਸੀ। ਫਤਿਹ ਚੰਦ ਬਹੁਤਾ ਬੁਰਾ ਬੰਦਾ ਨਹੀਂ ਸੀ, ਪਰ ਕੁਝ ਲਾਪਰਵਾਹ ਜ਼ਰੂਰ ਸੀ। ਉਸ ਦੀ ਲਾਪਰਵਾਹੀ ਦੇ ਕਾਰਨ ਰਾਜੇ ਮੇਦਨੀ ਪ੍ਰਕਾਸ਼ ਨਾਲ ਮਾਮਲਾ ਵੱਧ ਗਿਆ ਸੀ। ਐਸੇ ਭੈ ਦੇ ਕਾਰਨ ਹੀ ਫਤਿਹ ਚੰਦ ਦੀ ਧੀ ਦਾ ਸਾਕ ਦੇ ਕੇ ਰਾਜੇ ਭੀਮ ਚੰਦ ਨਾਲ ਮਿੱਤਰਤਾ ਪਾਉਣਾ ਚਾਹੁੰਦਾ ਸੀ, ਤਾਂ ਕਿ ਲੜਾਈ ਦੇ ਸਮੇਂ ਉਸ ਨੂੰ ਸਹਾਇਤਾ ਮਿਲ ਜਾਵੇ। ਕਿਉਂਕਿ ਉਸ ਸਮੇਂ ਪਹਾੜੀ ਦੁਨੀਆ ਵਿੱਚ ਰਾਜੇ ਭੀਮ ਚੰਦ ਦਾ ਬਹੁਤ ਰੋਹਬ ਦਾਬ ਸੀ। ਉਸ ਦੇ ਸਾਥੀ ਰਾਜਾ ਕਿਰਪਾਲ ਚੰਦ ਵਰਗੇ ਸਨ, ਜਿਹੜੇ ਸਦਾ ਲੜਨ ਵਾਸਤੇ ਤਿਆਰ ਰਹਿੰਦੇ ਸਨ। ਰਾਜਾ ਭੀਮ ਚੰਦ ਤੇ ਫਤਿਹ ਚੰਦ ਦਾ ਗੱਠਜੋੜ ਹੁੰਦਾ ਦੇਖ ਕੇ ਮੇਦਨੀ ਪ੍ਰਕਾਸ਼ ਰਾਜਾ ਨਾਹਨ ਡਰ ਗਿਆ। ਉਸਨੇ ਆਪਣੇ ਵਜ਼ੀਰਾਂ ਤੇ ਸਲਾਹਕਾਰਾਂ ਨਾਲ ਸਲਾਹ ਕੀਤੀ ਕਿ ਉਹ ਕੀ ਕਰੇ। ਦੂਸਰਾ, ਉਹ ਗੁਰੂ ਘਰ ਦਾ ਪ੍ਰੇਮੀ ਸੀ। ਉਸਨੇ ਇਹ ਵੀ ਵਜ਼ੀਰ ਨੂੰ ਪੁੱਛਿਆ ਕਿ ਮੈਂ ਸਤਿਗੁਰ ਜੀ ਦੀ ਸ਼ਰਨ ਦਾ ਆਸਰਾ ਨਾ ਲਵਾਂ। ਇਸ ਨਾਲੋਂ ਹੋਰ ਕੀ ਚੰਗਾ ਹੋ ਸਕਦਾ ਹੈ। ਸਤਿਗੁਰ ਜੀ ਰਿੱਧੀਆਂ ਸਿੱਧੀਆਂ ਤੇ ਮਹਾਸ਼ਕਤੀਆਂ ਦੇ ਮਾਲਕ ਹਨ। ਸਾਰੇ ਦੇਸ਼ ਵਿੱਚ ਉਹਨਾਂ ਦੀ ਸਿੱਧੀ ਸਿਧਾਂਤ ਪ੍ਰਚਾਰ ਹੈ। ਰਾਜੇ ਸਾਹੂਕਾਰ ਅਤੇ ਦੇਸ਼ ਦੇ 94 ਬਹਾਦਰ ਗੱਭਰੂ ਉਹਨਾਂ ਦੇ ਸੇਵਕ ਹਨ। ਆਪ ਮਹਾਕਵੀ, ਵਿਦਵਾਨ, ਮਹਾਬਲੀ, ਨਿਰਭੈ ਯੋਧੇ ਅਤੇ ਪ੍ਰਭੂ ਭਗਤ ਹਨ। ਉਹਨਾਂ ਦੀ ਸ਼ਰਨ ਜਾਣਾ ਚੰਗਾ ਹੈ। ਸਿਆਣੇ ਵਜ਼ੀਰ ਨੇ ਉੱਤਰ ਦਿੱਤਾ। ਰਾਜੇ ਮੇਦਨੀ ਪ੍ਰਕਾਸ਼ ਪ੍ਰਸੰਨ ਹੋ ਗਿਆ। ਉਹਦਾ ਹਿਰਦਾ ਪਹਿਲਾਂ ਹੀ ਨਿਰਮਲ ਤੇ ਨਿਰਵੈਰ ਰਹਿਤ ਸੀ। ਉਸਨੇ ਸਤਿਗੁਰ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਤੇ ਗੁਰੂ ਚਰਨਾਂ ਨਾਲ ਪ੍ਰੀਤ ਕਰ ਲਈ। ਰਾਤ ਦਿਨ ਸਤਿਗੁਰ ਜੀ ਦਾ ਸਿਮਰਨ ਕਰਨ ਲੱਗ ਗਿਆ। ਉਹ ਯਾਦ ਦੀ ਇੱਕ ਜਪਮਾਲਾ ਬਣਾ ਬੈਠਾ। ਮੰਦਰ ਵਿੱਚ ਜਾਂਦਾ ਤਾਂ ਮੰਦਰ ਮੂਰਤੀ ਉਸਨੂੰ ਗੁਰੂ ਰੂਪ ਪ੍ਰਤੀਤ ਹੁੰਦੀ। ਉਹ ਧਿਆਨ ਧਰ ਕੇ ਬੈਠਾ ਰਹਿੰਦਾ। ਜਦੋਂ ਪ੍ਰੀਤ ਨਾਲ ਬਹੁਤਾ ਵਿਆਕੂਲ ਹੋ ਗਿਆ ਤਾਂ ਉਸਨੇ ਆਪਣੇ ਵਜ਼ੀਰ ਨੂੰ ਅਨੰਦਪੁਰ ਵੱਲ ਤੋਰਿਆ। ਵਜ਼ੀਰ ਦੇ ਤੁਰਨ ਵੇਲੇ ਉਸਨੂੰ ਬਹੁਤ ਸਾਰੇ ਪਦਾਰਥ ਦਿੱਤੇ ਜੋ ਸਤਿਗੁਰ ਜੀ ਦੀ ਭੇਟਾ ਕੀਤੇ ਜਾ ਸਕਣ। ਨਾਲ ਹੀ ਹੱਥ ਜੋੜ ਕੇ ਬੇਨਤੀ ਕਰਨ ਵਾਸਤੇ ਸਮਝਾਇਆ ਕਿ ਸਤਿਗੁਰ ਜੀ ਨਾਹਨ ਪੁੱਜ ਕੇ ਰਾਜੇ ਨੂੰ ਦਰਸ਼ਨ ਦੇਣ। ਰਾਜਾ ਦਰਸ਼ਨ ਕਰਨ ਵਾਸਤੇ ਮੱਛੀ ਵਾਂਗ ਤੜਪ ਰਿਹਾ ਹੈ। ਉਹ ਚਾਹੁੰਦਾ ਹੈ ਜੀਵਨ ਸਫਲ ਹੋਵੇ। ਦਰਸ਼ਨ ਨਾਲ ਜਨਮ, ਮਰਨ ਤੇ ਬੰਧਨ ਕੱਟੇ ਜਾਣ, ਲੋਕ ਪਰਲੋਕ ਸੁਧਰ ਜਾਵੇ। ਵੱਡੇ ਮਾਲਕ ਦਾ ਆਸਰਾ ਲਿਆ ਸਾਰੇ ਭੈ ਦੂਰ ਹੋ ਜਾਂਦੇ ਹਨ। ਵਜ਼ੀਰ ਮੰਜ਼ਲੋ ਮੰਜ਼ਲੀ ਅਨੰਦਪੁਰ ਜਾ ਪੁੱਜਿਆ। ਉਸਨੇ ਜਦੋਂ ਅਨੰਦਪੁਰ ਨੂੰ ਦੇਖਿਆ ਤਾਂ ਘੋੜੇ ਦੀ ਕਾਠੀ ਉੱਤੋਂ ਉਤਰ ਬੈਠਾ ਤੇ ਪੈਦਲ ਚੱਲ ਪਿਆ। ਧਰਮਸ਼ਾਲਾ ਦੇ ਨੇੜੇ ਜਾ ਕੇ ਪੈਰਾਂ ਤੋਂ ਜੋੜਾ ਵੀ ਉਤਾਰ ਦਿੱਤਾ ਵਜ਼ੀਰ ਨੇ। ਨੰਗੀ ਪੈਰੀ ਹੱਥ ਜੋੜੀ ਸਤਿਗੁਰੂ ਜੀ ਦੇ ਦਰਬਾਰ ਜਾ ਪੁੱਜਿਆ। ਦੂਰੋਂ ਹੀ ਸਿਰ ਨਿਵਾ ਕੇ ਪਹਿਲਾਂ ਨਮਸਕਾਰ ਕੀਤੀ, ਫਿਰ ਡੰਡੌਤ ਬੰਦਨਾ ਕੀਤੀ ਤੇ ਅੰਤ ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ ਅੱਖਾਂ ਤੇ ਮੱਥੇ ਨੂੰ ਲਾਈ।
ਨਮਸਕਾਰ ਕਰਨ ਦੀ ਮਰਿਆਦਾ ਨੂੰ ਪੂਰੀਆਂ ਕਰਕੇ ਜਦੋਂ ਸਤਿਗੁਰ ਜੀ ਦੇ ਸਨਮੁਖ ਬੈਠ ਗਿਆ ਤਾਂ ਆਪਣੀ ਜਾਣ ਪਛਾਣ ਸਤਿਗੁਰ ਜੀ ਨੂੰ ਕਰਾਈ। ਸਾਹਿਬ ਭਾਵੇਂ ਸਭ ਕੁਝ ਜਾਣਦੇ ਹਨ, ਫਿਰ ਵੀ ਦੁਨਿਆਵੀ ਚਾਲ ਦਾ ਤਿਆਗ ਨਹੀਂ ਸਨ ਕਰਦੇ। ਸਤਿਗੁਰ ਜੀ ਰਾਜਾ ਮੇਦਨੀ ਪ੍ਰਕਾਸ਼ ਬੜੀ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਸਾਹਿਬ ਇੱਕ ਵਾਰ ਨਾਹਣ ਦੀ ਧਰਤੀ ਨੂੰ ਚਰਨ ਪਾ ਕੇ ਪਵਿੱਤਰ ਕਰਨ। ਰਾਜਾ ਦਰਸ਼ਨ ਵਾਸਤੇ ਵਿਆਕੁਲ ਹੈ। ਇਹ ਵਸਤੂਆਂ ਗੁਰੂ ਘਰ ਵਾਸਤੇ ਭੇਜੀਆਂ ਹਨ, ਇਹਨਾਂ ਨੂੰ ਪ੍ਰਵਾਨ ਕਰੋ ਤੇ ਨਾਹਣ ਚੱਲਣ ਦੀ ਤਿਆਰੀ ਕਰੋ। ਹਜ਼ਾਰਾਂ ਜੀਵ ਆਪ ਦੇ ਦਰਸ਼ਨ ਕਰਨ ਵਾਸਤੇ ਪਪੀਏ ਵਾਂਗ ਤਰਸ ਰਹੇ ਹਨ। ਭਗਵਾਨ ਨੇ ਮਿਹਰ ਕੀਤੀ ਹੈ ਜੋ ਆਪ ਵਿਸ਼ਨੂੰ ਰੂਪ ਜਗਤ ਤੇ ਆਏ ਹੋ ਤੇ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰ ਰਹੇ ਹੋ। ਜੀਵਾਂ ਨੂੰ ਪੰਜਾਂ ਦੁਸ਼ਮਣਾਂ ਪਾਸੋਂ ਬੁਰਾ ਬਚਾ ਰਹੇ ਹੋ, ਦੁਸ਼ਮਣਾਂ ਪਾਸੋਂ ਬਚਾ ਰਹੇ ਹੋ। ਆਪ ਦੀ ਮਹਿਮਾ ਵਰਣਨ ਨਹੀਂ ਕਰ ਸਕਦੇ। ਬਿਰਛ ਆਪ ਪਾਸੋਂ ਸਾਰੇ ਜੀਵ ਮਨ ਮੰਗੀਆਂ ਮੁਰਾਦਾਂ ਪਾਉਂਦੇ ਹਨ। ਮਿਹਰ ਕਰੋ ਦਇਆ ਦੇ ਸਾਗਰ ਤੇ ਅਸਾਂ ਦੇ ਰਾਜੇ ਨੂੰ ਵੀ ਦਰਸ਼ਨ ਬਖਸ਼ ਕੇ ਨਿਹਾਲ ਕਰੋ। ਇਹ ਵਜ਼ੀਰ ਬੇਨਤੀ ਕਰ ਰਿਹਾ ਹੈ ਸਾਹਿਬੇ ਕਮਾਲ ਗੋਬਿੰਦ ਸਿੰਘ ਜੀ ਨੂੰ। ਜਿਸ ਤਰ੍ਹਾਂ ਬੱਚਾ ਮਾਂ-ਬਾਪ ਦੇ ਦੇਖਣ ਨੂੰ ਤੜਪਦਾ ਹੈ, ਐਸੇ ਤਰ੍ਹਾਂ ਰਾਜਾ ਮੇਦਨੀ ਪ੍ਰਕਾਸ਼ ਦੀ ਆਤਮਾ ਆਪ ਦੇ ਚਰਨਾਂ ਧੂੜੀ ਵਾਸਤੇ ਤੜਪ ਰਹੀ ਹੈ। ਦਰਸ਼ਨ ਤੇ ਨਾਮ ਰੂਪ ਸਵਾਤੀ ਬੂੰਦ ਬਖਸ਼ ਕੇ ਨਿਹਾਲ ਕਰੋ। ਵਜ਼ੀਰ ਦੀ ਜ਼ੁਬਾਨੋਂ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਸੁਣ ਕੇ ਸਤਿਗੁਰ ਜੀ ਨੇ ਉੱਤਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਵੱਲੋਂ ਪ੍ਰੇਮ ਸਦਾ ਆਉਣ ਤੇ ਸਾਨੂੰ ਪ੍ਰਸੰਨਤਾ ਹੈ, ਪਰ ਮਾਮਲਾ ਇਹ ਹੈ ਕਿ ਰਾਜਾ ਭੀਮ ਚੰਦ ਕਹਿਲੂਰ ਨੇ ਅਸਾਂ ਨੂੰ ਜੰਗ ਦੀ ਧਮਕੀ ਦਿੱਤੀ ਹੈ। ਧਮਕੀ ਦੀ ਚਿੱਠੀ ਦਾ ਉੱਤਰ ਲਿਖਿਆ ਅਜੇ ਥੋੜੇ ਦਿਨ ਹੀ ਹੋਏ ਹਨ। ਅੱਜ ਜੇ ਅਸੀਂ ਅਨੰਦਪੁਰ ਨੂੰ ਛੱਡ ਜਾਈਏ ਤਾਂ ਸਾਰੇ ਪਰਬਤਾਂ ਵਿੱਚ ਰੌਲਾ ਪੈ ਜਾਵੇਗਾ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਗੁਰੂ ਡਰਦਾ ਨੱਸ ਗਿਆ ਤੇ ਰਾਜਿਆਂ ਦੀ ਚੜ੍ਹ ਮਚ ਜਾਵੇਗੀ ਅਤੇ ਸਿੱਖੀ ਨੂੰ ਬਹੁਤ ਸੱਟ ਵੱਜੇਗੀ ਅਤੇ ਸਤਿਗੁਰ ਜੀ ਦੀ ਸਿੱਖੀ ਨੂੰ ਨੁਕਸਾਨ ਪਹੁੰਚਾਵੇ, ਉਸ ਨੂੰ ਅਸੀਂ ਕਦੀ ਖਿਮਾ ਕਰਨ ਨੂੰ ਤਿਆਰ ਨਹੀਂ। ਵਜ਼ੀਰ ਬੜਾ ਅਕਲਮੰਦ ਸੀ। ਉਸਨੇ ਫਿਰ ਸਤਿਗੁਰ ਜੀ ਨੂੰ ਆਖਿਆ, ਰਾਜਾ ਜੀ ਨੇ ਤਾਂ ਇਹ ਵੀ ਆਖਿਆ ਹੈ ਕਿ ਪਰਬਤਾਂ ਦੀ ਇਹ ਵਾਦੀ ਬਹੁਤ ਸੁੰਦਰ ਹੈ, ਕੁਦਰਤੀ ਨਜ਼ਾਰੇ ਬਹੁਤ ਹਨ। ਦਰਿਆ ਜਮਨਾ ਦੀ ਨੀਲ ਧਾਰਾ ਦੀ ਸੀਤਲ ਜਲ ਹਜ਼ਾਰਾਂ ਰੋਗੀਆਂ ਦੇ ਰੋਗ ਕੱਟਦਾ ਤੇ ਨਵਾਂ ਜੀਵਨ ਦਾਨ ਦਿੰਦਾ ਹੈ। ਉਹਨਾਂ ਨੇ ਤਾਂ ਐਨੀ ਪੱਕੀ ਕੀਤੀ ਹੈ ਕਿ ਜ਼ਰੂਰ ਹੀ ਆਵੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜ਼ਰੂਰ ਚੱਲੋ। ਆਪ ਮਹਾਂਪੁਰਖ ਹੋ, ਆਪ ਇਸ ਜਗਤ ਵਿੱਚ ਕਵਲ ਫੁੱਲ ਦੀ ਨਿਆਈ ਨਿਰਲੇਪ ਹੋ। ਆਪ ਨੂੰ ਕੋਈ ਦੇਸ਼ ਨਹੀਂ ਲੱਗ ਸਕਦਾ। ਮਾਇਆਵਾਦੀ ਜਗਤ ਪਾਰ ਬ੍ਰਹਮ ਦੇ ਸੇਵਕਾਂ ਦੀ ਨਿੰਦਿਆ ਕਰਦਾ ਹੈ, ਪਰ ਉਹ ਨਿੰਦਕ ਆਪ ਹੀ ਝਕ ਮਾਰ ਕੇ ਮਰ ਜਾਂਦਾ ਹੈ। ਰਾਜਾ ਭੀਮ ਚੰਦ ਆਪ ਦਾ ਕੁਝ ਨਹੀਂ ਵਿਗਾੜ ਸਕਦਾ। ਉਸ ਦੇ ਕੋਲ ਸ਼ਕਤੀ ਹੈ, ਆਪ ਦੇ ਕੋਲ ਤਾਂ ਮਹਾਨ ਬ੍ਰਹਮ ਸ਼ਕਤੀ ਹੈ।
ਇੱਕ ਦਿਨ ਵਿੱਚ ਹੀ ਆਪ ਇਹਨਾਂ ਸਾਰੇ ਪਰਬਤਾਂ ਨੂੰ ਪਾੜੀ ਵਾਂਗ ਪਿਘਲਾ ਸਕਦੇ ਹੋ। हे ਕਿਰਪਾਲੂ ਮਹਿਰਾਂ ਦੇ ਦਾਤੇ, ਕਲਯੁਗੀ ਜੀਵਾਂ ਤੇ ਗਰੀਬਾਂ ਦੇ ਆਸਰੇ ਬੇਨਤੀ ਪ੍ਰਵਾਨ ਕੀਤੀ ਜਾਵੇ। ਇਸ ਤਰ੍ਹਾਂ ਕੁਝ ਚਿਰ ਚਰਚਾ ਹੁੰਦੀ ਰਹੀ। ਆਖਿਰ ਇਹ ਮਾਮਲਾ ਮਾਤਾ ਜੀ ਕੋਲ ਪੁੱਜਿਆ। ਮਾਤਾ ਗੁਜਰ ਜੀ ਕੋਲ ਮਾਤਾ ਜੀ ਕੋਲ ਪੁੱਜਿਆ। ਮਾਤਾ ਜੀ ਨੂੰ ਸੇਵਾਦਾਰਾਂ ਨੇ ਕਿਹਾ, ਜੋ ਜਗ ਨਹੀਂ ਸਨ ਚਾਹੁੰਦੇ, ਜੋ ਡਰਦੇ ਸਨ, ਮਾਤਾ ਜੀ ਨੇ ਉਸੇ ਵੇਲੇ ਸਗੋਂ ਸ਼ਾਹ ਨੰਦ ਚੰਦ ਅਤੇ ਸਤਿਗੁਰ ਜੀ ਦੇ ਮਾਮੇ ਕਿਰਪਾਲ ਚੰਦ ਨੂੰ ਕੋਲ ਸਦਕੇ ਸਮਝਾਇਆ ਕਿ ਉਹ ਸਤਿਗੁਰ ਜੀ ਅੱਗੇ ਬੇਨਤੀ ਕਰਨ ਕਿ ਸਤਿਗੁਰ ਜੀ ਨਾਹਨ ਰਾਜ ਵਿੱਚ ਚਲੇ ਜਾਣ। ਨਾਹਨ ਵਿੱਚ ਜਾ ਰਹਿਣਗੇ ਤਾਂ ਜੰਗ ਦਾ ਖਤਰਾ ਟਲ ਜਾਵੇਗਾ। ਨਾਲ ਹੀ ਰਾਜਾ ਭੀਮ ਚੰਦ ਵੀ ਰਾਜਕੁਮਾਰ ਦੀ ਮੰਗਣੀ ਤੇ ਸ਼ਾਦੀ ਵਿੱਚ ਰੁੱਝ ਜਾਵੇਗਾ। ਹੌਲੀ ਹੌਲੀ ਹੋ ਸਕਦਾ ਹੈ ਕਿ ਦੋਹਾਂ ਧਿਰਾਂ ਦੇ ਸੰਬੰਧ ਠੀਕ ਹੋ ਜਾਣ। ਮਾਤਾ ਜੀ ਦੀ ਇਸ ਵਿਉਂਤ ਨੂੰ ਸਗੋਂ ਸ਼ਾਹ ਤੇ ਹੋਰ ਮੁਖੀ ਸਿੱਖਾਂ ਨੇ ਸਤਿਗੁਰ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮਾਤਾ ਜੀ ਦਾ ਵਿਚਾਰ ਹੈ ਕਿ ਨਾਹਨ ਜ਼ਰੂਰ ਜਾਇਆ ਜਾਵੇ। ਇਸ ਵਿੱਚ ਕੋਈ ਹਾਨੀ ਨਹੀਂ। ਨਾਲ ਹੀ ਕੋਈ ਵੈਰੀ ਚੜ੍ਹਾਈ ਕਰਕੇ ਤੇ ਆਇਆ ਨਹੀਂ ਤੇ ਰਾਜੇ ਭੀਮ ਚੰਦ ਨੂੰ ਸੋਧਣਾ ਹੈ ਤਾਂ ਉਹ ਮੁੜ ਕੇ ਵੀ ਸੋਧਿਆ ਜਾ ਸਕਦਾ ਹੈ। ਐਸੀ ਕਿਹੜੀ ਔਕੜ ਹੈ? ਹੁਣ ਉਹਦੇ ਆਦਮੀਆਂ ਨੇ ਕੋਈ ਵਸਤੂ ਮੰਗਣ ਤਾਂ ਆਉਣਾ ਹੀ ਨਹੀਂ। ਰਾਜਾ ਮੇਦਨੀ ਪ੍ਰਕਾਸ਼ ਬੇਨਤੀਆਂ ਕਰਦਾ ਹੈ। ਨਾਲ ਹੀ ਉਸ ਪਹਾੜੀ ਵਿੱਚ ਬਹੁਤ ਸਾਰਾ ਸਿੱਖੀ ਪ੍ਰਚਾਰ ਹੋਵੇਗਾ। ਨਾਲ ਹੀ ਮਾਤਾ ਜੀ ਦੇ ਬਚਨ ਮੰਨਣੇ ਜ਼ਰੂਰੀ ਹਨ। ਇਹਨਾਂ ਦੇ ਬਚਨਾਂ ਵਿਰੁੱਧ ਜਾਣਾ ਭਲਾ ਨਹੀਂ। ਸਤਿਗੁਰ ਜੀ ਇਹ ਬਚਨ ਸੁਣ ਕੇ ਸ਼ਾਂਤ ਚਿੱਤ ਰਹੇ। ਉਹਨਾਂ ਨੇ ਬਚਨ ਕੋਈ ਨਹੀਂ ਸੀ ਕੀਤਾ। 10-15 ਮਿੰਟ ਚੁੱਪਚਾਪ ਬੈਠੇ ਰਹੇ। ਫਿਰ ਸਾਹਿਬਾਂ ਨੇ ਕਿਹਾ, ਅੱਛਾ, ਜੇ ਤੁਸੀਂ ਸਾਰੇ ਆਖਦੇ ਹੋ, ਜੇ ਮਾਤਾ ਜੀ ਦੀ ਇਹ ਇੱਛਾ ਹੈ ਤਾਂ ਅਸੀਂ ਨਾਹਨ ਚੱਲਦੇ ਹਾਂ। ਜੇ ਮਾਮਲਾ ਵਧਿਆ ਤਾਂ ਮੁੜ ਆਵਾਂਗੇ ਤੇ ਆ ਕੇ ਇਸ ਦਾ ਦਿਮਾਗ ਠੀਕ ਕਰਾਂਗੇ। ਰਾਜਾ ਭੀਮ ਚੰਦ ਦਾ ਸਤਿਗੁਰ ਜੀ ਦਾ ਚਿੱਤ ਤਾਂ ਨਹੀਂ ਸੀ ਮੰਨਦਾ, ਪਰ ਮਾਤਾ ਜੀ ਨੂੰ ਨਾਰਾਜ਼ ਕਰਨਾ ਵੀ ਔਖਾ ਸੀ। ਕੁਝ ਵਾਹਿਗੁਰੂ ਦਾ ਭਾਣਾ ਐਸਾ ਸੀ, ਇਸ ਬਹਾਨੇ ਕਈਆਂ ਜੀਵਾਂ ਦਾ ਉਧਾਰ ਕਰਨਾ ਸੀ। ਅਨੇਕਾਂ ਸਿੱਖ ਬਣਾਉਣੇ ਸਨ ਤੇ ਕਈਆਂ ਦੇ ਹਿਰਦੇ ਵਿੱਚੋਂ ਵੈਰ ਭਾਵ ਦਾ ਅੰਤ ਕਰਨਾ ਸੀ। ਜਮਨਾ ਦਾ ਨਿਰਮਲ ਜਲ ਸਦੀਆਂ ਤੋਂ ਚਰਨ ਪਰਸਨ ਵਾਸਤੇ ਤੜਪ ਰਿਹਾ ਸੀ। ਅਕਾਲ ਪੁਰਖ ਦੇ ਭਾਣੇ ਅਨੁਸਾਰ ਮੁਖੀ ਸਿੱਖਾਂ ਤੇ ਮਾਤਾ ਜੀ ਨੇ ਬਚਨਾਂ ਨੂੰ ਮੰਨ ਕੇ ਹੁਕਮ ਕੀਤਾ, ਨਾਹਨ ਵੱਲ ਜਾਣ ਦੀ ਤਿਆਰੀ ਕੀਤੀ ਜਾਵੇ। ਪਰ 500 ਉਦਾਸੀ ਸਾਧੂ ਤੇ ਘੋੜ ਸਵਾਰ ਜਵਾਨ ਸਾਥ ਚੱਲਣ। ਸਤਿਗੁਰ ਜੀ ਦਾ ਇਹ ਹੁਕਮ ਸੁਣ ਕੇ ਸਾਰਿਆਂ ਨੇ ਖੁਸ਼ੀ ਮਨਾਈ। ਸੋ ਇਹ ਅੱਜ ਦੀ ਵਿਚਾਰ। ਸੋ ਬਹੁਤ ਬਹੁਤ ਆਪ ਜੀ ਸੰਗਤਾਂ ਦਾ ਧੰਨਵਾਦ। ਸੋ ਕੱਲ੍ਹ ਦੀ ਆਪਾਂ ਵਿਚਾਰ ਕਰਾਂਗੇ ਕਿ ਰਾਜੇ ਮੇਦਨੀ ਪ੍ਰਕਾਸ਼ ਨੂੰ ਨਿਹਾਲ ਕੀਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਸੋ ਇਹ ਅੱਜ ਦੀ ਵਿਚਾਰ ਹੈ। ਆਪ ਜੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਸੰਗਤ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਹਾਜ਼ਰੀਆਂ ਭਰਦੇ ਹੋ ਅਤੇ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੋ ਅਤੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸੋ ਵੱਧ ਚੜ੍ਹ ਕੇ ਬੇਨਤੀ ਹੈ, ਇਹੀ ਬੇਨਤੀ ਹੁੰਦੀ ਹੈ ਰੋਜ਼ ਦੀ ਕਿ ਆਪ ਜੀ ਨਿਤਨੇਮੀ ਸਿੰਘ ਬਣੋ, ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਵਾਲੇ ਬਣੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਭਾਈ।
ਸੋ ਇਹੀ ਬੇਨਤੀ ਹੈ